ਲੜੀਵਾਰ ਕਥਾ ਕਬੀਰ ਜੀ ਦੇ ਸ਼ਬਦ ਪਿਛਲੇ ਪ੍ਰਕਰਣਾਂ ਵਿੱਚ ਮਹਾਰਾਜ ਜੀ ਦੀ ਦਇਆ ਮਇਆ ਨਾਲ ਆਪਾਂ ਸੰਪੰਨ ਕੀਤੇ ਨੇ। ਭਗਤ ਨਾਮਦੇਵ ਜੀ ਮਹਾਰਾਜ ਜੀ ਦੇ ਸ਼ਬਦਾਂ ਦੀ ਆਰੰਭਤਾ ਹੋ ਰਹੀ ਹੈ ਰਾਮਕਲੀ ਰਾਗ ਵਿੱਚ 972 ਅੰਗ ਤੇ ਗੁਰੂ ਪਾਤਸ਼ਾਹ ਦੀ ਦਇਆ ਮਇਆ ਨਾਲ ਕਥਾ ਪਹੁੰਚੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਨਾਮ ਦਿਓ ਜੀਓ ਕੀ, ਰਾਮ ਕਲੀ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਣੀ ਭਗਤ ਨਾਮਦੇਵ ਜੀ ਮਹਾਰਾਜ ਜੀ ਦੀ ਹੈ। ਰਾਮਕਲੀ ਰਾਗ ਹੈ। ਪਹਿਲੇ ਘਰ ਸੁਰਤਾਲ ਵਿੱਚ ਇਸ ਅੰਮ੍ਰਿਤ ਬਚਨ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਹਨ ਅਕਾਲ ਪੁਰਖ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਆਰੰਭਤਾ ਕਰਦੇ ਹਨ। ਆਨੀਲੇ ਕਾਗਦ ਕਾਟੀਲੇ ਗੁੱਡੀ, ਆਕਾਸ ਮਧੇ ਭਰਮੀਅਲੇ। ਭਗਤ ਨਾਮਦੇਵ ਜੀ ਮਹਾਰਾਜ ਜੀ ਦੇ ਇੱਕ ਸਮਕਾਲੀ ਭਗਤ ਸਨ। ਉਹਨਾਂ ਦਾ ਨਾਮ ਸੀ ਭਗਤ ਤਰਲੋਚਨ। ਭਗਤ ਨਾਮਦੇਵ ਜੀ ਕਿਰਤ ਬਿਰਤ ਕਰਦੇ ਸਨ। ਕੱਪੜੇ ਆਦਿਕ ਧੋਣੇ ਸੀਵਣੇ, ਕਿਉਂਕਿ ਛਿੰਬਿਆਂ ਦੇ ਘਰ ਜਨਮੇ ਸਨ ਤੇ ਛਿੰਬੇ ਦੀ ਇਹ ਕਿਰਤ ਹੁੰਦੀ। ਤਰਲੋਚਨ ਜੀ ਆ ਕੇ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ ਵੀ ਤੂੰ ਸਾਰਾ ਦਿਨ ਕੰਮ ਧੰਦਿਆਂ 'ਚ ਲੱਗਾ ਰਹਿੰਦਾ ਤੇ ਰੱਬ ਰੱਬ ਕਿਹੜੇ ਵੇਲੇ ਕਰਦਾ, ਪਰਮੇਸ਼ਰ ਦਾ ਭਜਨ ਕਿਹੜੇ ਵੇਲੇ ਕਰਦਾ, ਵੀ ਸਾਰਾ ਦਿਨ ਤਾਂ ਤੂੰ ਕੰਮ ਧੰਦਿਆਂ 'ਚ ਹੀ ਰਹਿੰਦਾ। ਕਿਉਂਕਿ ਕਿਸੇ ਨੇ ਇਹ ਗੱਲ ਮਨ ਦੇ ਵਿੱਚ ਸਮਝ ਲਈ ਵੀ ਸ਼ਾਇਦ ਇਹ ਕੰਮ ਧੰਦੇ ਛੱਡ ਕੇ ਹੀ ਰੱਬ ਰੱਬ ਹੁੰਦਾ। ਪਰ ਗੁਰਦੇਵ ਦਾ ਸਿਧਾਂਤ ਤਾਂ ਕਿਰਤ ਕਰਨ ਦੇ ਨਾਲ ਨਾਲ ਨਾਮ ਜਪਣ ਦਾ ਹੈ। ਨਾਮ ਜਪਣ ਦੇ ਨਾਲ ਨਾਲ ਕਿਰਤ ਕਰਨ ਦਾ ਵੀ ਹੈ। ਤੋ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਕਹਿੰਦੇ ਵੀ ਤੂੰ ਕੰਮ 'ਚ ਲੱਗਾ ਰਹਿਣਾ ਤੇ ਭਜਨ ਕਦੋਂ ਕਰਦਾ। ਲੋਕ ਤੈਨੂੰ ਭਗਤ ਨਾਮਦੇਵ ਕਹਿੰਦੇ ਆ, ਭਗਤੀ ਕਰੇ ਤੇ ਭਗਤ ਹੈ ਨਾ। ਤਾਂ ਮਹਾਰਾਜ ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਮੈਂ ਤਾਂ ਇਹ ਕੰਮ ਧੰਦੇ ਕਰਦਿਆਂ ਵੀ ਭਜਨ ਕਰੀ ਜਾਂਦਾ ਹੁੰਨਾ ਤਰਲੋਚਨ ਜੀ, ਨਾਮ ਜਪਦਾ ਰਹਿੰਦਾ। ਕਹਿੰਦੇ ਉਹ ਕਿਵੇਂ ਹੋ ਸਕਦਾ ਵੀ ਕੰਮ ਵੀ ਕਰੋ ਤੇ ਨਾਮ ਵੀ ਜਪੋ, ਇਹ ਦੋਵੇਂ ਕੰਮ ਕਿਵੇਂ ਹੋ ਸਕਦੇ ਆ। ਤੇ ਭਗਤ ਨਾਮਦੇਵ ਜੀ ਮਹਾਰਾਜ ਜੀ ਨੇ ਫਿਰ ਉਦਾਹਰਣਾਂ ਦਿੱਤੀਆਂ। ਉਹਨਾਂ ਨੇ ਪ੍ਰਮਾਣ ਦਿੱਤੇ ਵੀ ਇਦਾਂ ਹੋ ਸਕਦਾ, ਕੰਮ ਕਰਦਿਆਂ ਵੀ ਭਜਨ ਹੋ ਸਕਦਾ। ਉਹਦੇ ਲਈ ਪਹਿਲੀ ਉਦਾਹਰਣ ਦਿੱਤੀ। ਵੇਖੋ ਧਿਆਨ ਨੂੰ ਇਕਾਗਰ ਕਰਨ ਦੀਆਂ ਜੁਗਤੀਆਂ ਦੱਸਦੇ ਆ। ਆ ਨੀਲੇ ਕਾਗਦ ਕਾਟੀਲੇ ਗੁੱਡੀ, ਆਕਾਸ ਮੱਧੇ ਭਰਮੀਅਲੇ। ਕਹਿੰਦੇ ਕਾਗਜ਼ ਲਿਆਂਦਾ, ਆਨੀਲੇ ਮਤਲਬ ਅੰਨ ਦਾ ਲਿਆਂਦਾ, ਕਾਗਜ਼। ਕਾਟੀਲੇ ਗੂਡੀ ਦਾ ਮਤਲਬ ਹੁੰਦਾ ਪਤੰਗ। ਬੱਚੇ ਪਤੰਗਾਂ ਉਡਾਉਂਦੇ। ਕਹਿੰਦੇ ਕਾਗਜ਼ ਲਿਆ ਕੇ ਤੇ ਕੱਟ ਕੇ, ਕਾਟੀਲੇ ਦਾ ਮਤਲਬ ਕੱਟ ਕੇ, ਗੂਡੀ ਉਹਦੀ ਪਤੰਗ ਬਣਾਈ, ਉਹਦੀ ਪਤੰਗ ਤਿਆਰ ਕੀਤੀ। ਫਿਰ ਉਸ ਪਤੰਗ ਨੂੰ ਉਡਾਇਆ ਤੇ ਆਕਾਸ਼ ਮੱਧੇ ਭਰਮੀਅਲੇ, ਉਹ ਪਤੰਗ ਫਿਰ ਆਕਾਸ਼ ਦੇ ਵਿੱਚ ਉੱਡਦੀ ਹੈ, ਭਰਮਦੀ ਹੈ।
ਹਵਾ ਦੇ ਰੁੱਖ ਮੁਤਾਬਕ ਉਹ ਉੱਡਦੀ ਹੈ। ਥੱਲੇ ਬੱਚੇ ਉਹਨੂੰ ਉਡਾ ਰਹੇ ਹੁੰਦੇ ਆ। ਇੱਕ ਬੱਚੇ ਦੇ ਹੱਥ ਵਿੱਚ ਉਸ ਪਤੰਗ ਦੀ ਡੋਰ ਹੁੰਦੀ ਹੈ। ਅੱਜ ਕੱਲ੍ਹ ਤਾਂ ਬੜੀਆਂ ਭਿਆਨਕ ਡੋਰਾਂ ਆਉਣ ਲੱਗ ਪਈਆਂ, ਲੋਕਾਂ ਦੀ ਮੌਤ ਦਾ ਸਬੱਬ ਬਣਨ ਲੱਗ ਪਈਆਂ। ਲੋਕ ਆਪਣੇ ਸਵਾਰਥ ਨੂੰ ਵੇਖਦੇ, ਦੁਕਾਨਦਾਰ, ਤੇ ਉਹ ਵੇਚੀ ਜਾਂਦੇ ਇਹੋ ਜਿਹਾ ਸਮਾਨ। ਬੱਚੇ ਤਾਂ ਨਾ ਸਮਝ ਆ, ਚਲੋ ਲੈ ਜਾਂਦੇ ਆ। ਦੁਕਾਨਦਾਰਾਂ ਨੂੰ ਤਾਂ ਸ਼ਰਮ ਕਰਨੀ ਚਾਹੀਏ ਵੀ ਇਹਦੇ ਨਾਲ ਕਿੰਨਿਆਂ ਦੇ ਗਲ ਵੱਢੇ ਜਾਂਦੇ ਆ, ਕਿੰਨਿਆਂ ਦੇ ਹਾਦਸੇ ਰੋਜ਼ ਹਾਦਸੇ ਹੁੰਦੇ ਆ, ਕਿੰਨੇ ਪੰਛੀ ਮਰਦੇ ਆ। ਲਾਲਚ ਕੀ ਹੈ ਵੀ ਚਲੋ ਪੱਕੀ ਡੋਰ ਹੁੰਦੀ ਹੈ, ਚਾਈਨਾ ਤੋਂ ਆਉਂਦੀ ਹੈ, ਉਹ ਟੁੱਟਦੀ ਨਹੀਂ ਛੇਤੀ, ਦੂਜੀ ਪਤੰਗ ਨੂੰ ਕੱਟਣ ਦੇ ਕੰਮ ਆਉਂਦੀ। ਬੱਚੇ ਲਾਲਚ ਕਰਕੇ ਲਈ ਜਾਂਦੇ। ਦਾਅਵੇ ਹੁੰਦੇ ਆ ਸਰਕਾਰਾਂ ਵੱਲੋਂ ਅਸੀਂ ਰੋਕ ਦਿੱਤਾ, ਪਰ ਉਹ ਫਿਰ ਧੜਾ ਧੜ ਵਿਕਦਾ ਦੁਕਾਨਾਂ ਤੇ। ਆ ਤੰਬਾਕੂ ਕਦੋਂ ਦਾ ਬੰਦ ਹੈ ਪੰਜਾਬ 'ਚ, ਫਿਰ ਦੁਕਾਨਾਂ ਤੇ ਵਿਕੀ ਜਾਂਦਾ। ਆ ਬੀੜੀਆਂ ਸਿਗਰਟਾਂ ਪੀਣ ਵਾਲੇ ਧੂਆਂ ਫੁੱਕਦੇ ਜਾਂਦੇ ਅੱਗੇ ਸਾਡੇ ਸਾਹਮਣੇ, ਪਤਾ ਹੀ ਨਹੀਂ ਲੱਗਦਾ ਵੀ ਪੰਜਾਬ 'ਚ ਫਿਰਦੇ ਆ ਕਿ ਬਿਹਾਰ 'ਚ ਫਿਰਦੇ ਆ। ਇਹੋ ਜਿਹੇ ਹਾਲਾਤ ਬਣ ਗਏ। ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੂਡੀ ਆਕਾਸ਼ ਮੱਧੇ ਭਰਮੀ ਗਲੇ। ਬੱਚੇ ਨੇ ਉਹ ਪਤੰਗ ਆਕਾਸ਼ ਵਿੱਚ ਉਡਾਈ, ਆਕਾਸ਼ ਵਿੱਚ ਦੂਰ ਤੱਕ ਉਹਦੀ ਡੋਰ ਦੇ ਨਾਲ ਖਿੱਚੀ ਹੋਈ ਉਹ ਪਤੰਗ ਉੱਡਦੀ ਹੈ। ਪੰਚ ਜਨਾ ਸਿਓ ਬਾਤ ਬਤੂਆ ਚੀਤ ਸੋ ਡੋਰੀ ਰਾਖੀ ਅਲੇ। ਜਿਹੜਾ ਬੱਚਾ ਪਤੰਗ ਉਡਾ ਰਿਹਾ, ਜਿਹਦੇ ਹੱਥ 'ਚ ਡੋਰ ਆ, ਉਹਦੇ ਨਾਲ 5-7 ਜਵਾਕ ਹੋਰ ਖੜੇ ਹੁੰਦੇ, ਤੇ ਬੱਚਿਆਂ ਦਾ ਸੁਭਾਅ ਹੁੰਦਾ ਗੱਲਾਂ ਬਾਤਾਂ ਕਰਨੀਆਂ। ਉਹ ਬੱਚੇ ਫਿਰ ਆਪਸ ਵਿੱਚ ਉਹਨਾਂ ਨਾਲ ਗੱਲਾਂ ਵੀ ਕਰਦਾ। 5-7 ਜਵਾਕ ਆਲੇ ਦੁਆਲੇ ਖੜੇ ਹੁੰਦੇ, ਉਹਨਾਂ ਨਾਲ ਗੱਲਾਂ ਵੀ ਕਰਦਾ, ਵੇਖੋ ਮੇਰੀ ਪਤੰਗ ਉੱਡਦੀ ਹੈ, ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਰਦਾ। ਪੰਜ ਜਨਾ ਸਿਓ ਬਾਤ ਬਤੂਆ, ਉਹ ਗੱਲਾਂ ਬਾਤਾਂ ਤਾਂ ਕਰ ਰਿਹਾ ਬੱਚਿਆਂ ਨਾਲ, ਪਰ ਉਹਦਾ ਜਿਹੜਾ ਧਿਆਨ ਹੈ ਨਾ, ਉਹ ਪਤੰਗ ਦੀ ਡੋਰ ਵੱਲ ਹੁੰਦਾ। ਪਤੰਗ ਦੀ ਡੋਰ ਵੱਲ ਧਿਆਨ ਹੁੰਦਾ। ਅਸੀਂ ਛੋਟੇ ਹੁੰਦੇ ਜਦੋਂ ਪਤੰਗਾਂ ਉਡਾਉਂਦੇ ਤੇ ਧਾਗਾ ਬੰਨ੍ਹ ਕੇ ਨਾ ਕੋਠੇ ਦੀ ਛੱਤ ਤੇ ਪਤੰਗ ਉੱਡਦੀ ਰਹਿਣੀ, ਥੱਲੇ ਲੰਮੀ ਲਾਂਗਲ ਬਣਾ ਕੇ ਉਹ ਪਤੰਗ ਫਿਰ ਇੱਕ ਜਗ੍ਹਾ ਤੇ ਸਥਿਰ ਹੋ ਕੇ ਉੱਡੀ ਜਾਂਦੀ। ਉਹ ਥੱਲੇ ਅਸੀਂ ਉਹਨੂੰ ਪੂੰਛ ਕਹਿ ਦਿੰਦੇ ਵੀ ਪਤੰਗ ਦੀ ਪੂੰਛ ਲਾਈ। ਸੱਜੇ ਖੱਬੇ ਫਿਰੀ ਜਾਣਾ, ਧਿਆਨ ਉੱਤੇ ਹੀ ਹੋਣਾ ਡੋਰ ਵੱਲ, ਪਤੰਗ ਵੱਲ, ਵੀ ਉੱਡ ਰਹੀ ਹੈ ਕਿ ਨਹੀਂ ਉੱਡ ਰਹੀ। ਭਾਵੇਂ ਥੱਲੇ ਖੇਡੀ ਵੀ ਜਾਈਏ, ਸੁਰਤ ਉੱਥੇ ਹੀ ਹੁੰਦੀ। ਇਹ ਸਾਰਿਆਂ ਦੇ ਜੀਵਨ ਦਾ ਪ੍ਰੈਕਟੀਕਲ ਹੋਵੇਗਾ। ਭਗਤ ਜੀ ਨੇ ਸਾਡੇ ਲਈ ਉਹ ਉਦਾਹਰਨਾਂ ਲਿਆਂਦੀਆਂ ਨੇ ਸਾਹਮਣੇ, ਜਿਹੜੀਆਂ ਆਮ ਸਾਡੇ ਸਮਾਜ ਦੇ ਵਿੱਚ ਵਰਤਦੀਆਂ, ਤੁਸੀਂ ਸਾਰਿਆਂ ਨੇ ਹੰਡਾਈਆਂ ਹੁੰਦੀਆਂ। ਕਿਉਂਕਿ ਜਿਹੜੀ ਉਦਾਹਰਣ ਅਸੀਂ ਹੰਡਾਈ ਹੋਵੇ, ਉਹਦੀ ਗੱਲ ਛੇਤੀ ਸਮਝ ਪੈ ਜਾਂਦੀ, ਪਕੜ 'ਚ ਆ ਜਾਂਦੀ। ਕਹਿੰਦੇ ਉਹਦਾ ਜਿਹੜਾ ਚਿੱਤ ਹੈ ਨਾ, ਉਹ ਡੋਰੀ ਨਾਲ ਹੁੰਦਾ। ਭਾਵੇਂ ਉਹ ਆਵਲੇ ਦਾਵਲੇ 5-7 ਬੱਚਿਆਂ ਨਾਲ ਗੱਲਾਂ ਵੀ ਕਰੀ ਜਾਏ, ਚੀਤ ਸੋ ਡੋਰੀ ਰਾਖੀ ਅਲੇ। ਉਹਦਾ ਜਿਹੜਾ ਚਿੱਤ ਹੈ ਉਸ ਪਤੰਗ ਦੀ ਡੋਰੀ ਦੇ ਨਾਲ ਲੱਗਾ ਰਹਿੰਦਾ ਹੈ। ਐ ਤਰਲੋਚਨ ਜੀ, ਅਸੀਂ ਵੀ ਇੱਦਾਂ ਹੀ ਹਾਂ। ਭਾਵੇਂ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ, ਭਾਵੇਂ ਇੱਥੇ ਕੋਈ ਗਾਹਕ ਆ ਜੇ ਕੱਪੜੇ ਧਵਾਉਣ ਵਾਲਾ, ਸੀਵਣ ਵਾਲਾ, ਉਹਦੇ ਨਾਲ ਵੀ ਗੱਲਾਂ ਕਰੀ ਜਾਈਏ, ਪਰ ਚਿੱਤ 'ਚ ਪਰਮੇਸ਼ਰ ਦਾ ਚਿੰਤਨ ਚੱਲ ਰਿਹਾ, ਚਿੱਤ 'ਚ ਅਕਾਲ ਪੁਰਖ ਦਾ ਭਜਨ ਚੱਲ ਰਿਹਾ। ਚਿੱਤ 'ਚੋਂ ਨਹੀਂ ਉਹ ਵਿਸਰਦਾ। ਜਿਸ ਦਿਨ ਚਿੱਤ 'ਚੋਂ ਵਿਸਰ ਗਿਆ, ਉਸ ਦਿਨ ਮਰ ਜਾਵਾਂਗੇ। ਚਿੱਤ 'ਚੋਂ ਵਿਸਰ ਜੇ, ਉਸ ਦਿਨ ਮਰ ਜਾਵਾਂਗੇ। ਬਸ ਉਹ ਚਿੱਤ 'ਚੋਂ ਨਾ ਵਿਸਰੇ। ਚਿੱਤ ਵਿੱਚ ਉਹਦਾ ਚੇਤਾ ਹੈ। ਹਾਥ ਪਾਉ ਸੇ ਕਾਮ ਸਭ ਚੀਤ ਦਰੰਜਨ ਨਾਲ। ਹੱਥਾਂ ਪੈਰਾਂ ਨਾਲ ਜਿੰਨੇ ਮਰਜ਼ੀ ਕੰਮ ਧੰਦੇ ਕਰੀ ਜਾਈਏ, ਚਿੱਤ ਉਹਦੇ ਨਾਲ ਜੁੜਿਆ ਹੈ। ਚਿੱਤ ਯਾਰ ਵੱਲ, ਹੱਥ ਕਾਰ ਵੱਲ। ਹੱਥ ਕੰਮਕਾਰ ਦੇ ਵਿੱਚ ਲੱਗੇ ਰਹਿਣ, ਚਿੱਤ ਉਹਦੇ 'ਚ ਲੱਗਾ ਰਹੇ, ਚਿੱਤ ਉਸੇ ਦੇ ਚਿੰਤਨ 'ਚ ਜੁੜਿਆ ਰਹੇ। ਹਾਂਜੀ। ਮਨ ਰਾਮ ਨਾਮਾ ਬੇਦੀਅਲੇ। ਕਹਿੰਦੇ ਸਾਡਾ ਇਹ ਮਨ ਜਿਹੜਾ, ਉਹ ਰਾਮ ਦੇ ਨਾਮ ਦੇ ਵਿੱਚ ਬੇਦੀਅਲੇ, ਉਹਦੇ 'ਚ ਲੱਗਾ ਰਹਿੰਦਾ। ਮਨ ਨਹੀਂ ਇੱਧਰ ਉੱਧਰ ਜਾਂਦਾ।
ਜਿਵੇਂ ਬੱਚੇ ਦਾ ਧਿਆਨ ਨਹੀਂ ਨਾ ਡੋਰੀ ਤੋਂ ਹਟਦਾ, ਇਦਾਂ ਸਾਡਾ ਮਨ ਉਹਦੇ ਨਾਮ ਦੇ ਚਿੰਤਨ 'ਚੋਂ ਇੱਧਰ ਉੱਧਰ ਨਹੀਂ ਜਾਂਦਾ, ਬਸ ਉਸੇ 'ਚ ਹੀ ਬੰਨਿਆ ਰਹਿੰਦਾ। ਉਸੇ ਦੇ ਭਜਨ ਵਿੱਚ ਸਾਡੀ ਸੁਰਤ, ਸਾਡਾ ਮਨ ਜੁੜਿਆ ਰਹਿੰਦਾ ਹੈ। ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਕਹਿੰਦੇ ਕਿਵੇਂ ਲੱਗਾ ਰਹਿੰਦਾ? ਜਿਵੇਂ ਸੋਨਾ ਬਣਾਉਣ ਵਾਲਾ ਕਾਰੀਗਰ ਹੁੰਦਾ ਨਾ, ਕਨਕ ਕਲਾ ਜਿਹੜਾ ਸੋਨੇ ਦਾ ਕਾਰੀਗਰ ਹੁੰਦਾ, ਉਹ ਜਦੋਂ ਸੋਨੇ ਦੀ ਘਾੜਤ ਘੜਦਾ ਤੇ ਉਹਦਾ ਚਿੱਤ ਬੜਾ ਉਹਦੇ 'ਚ ਇਕਾਗਰ ਹੋ ਕੇ ਲੱਗਾ ਹੁੰਦਾ। ਮਜਾਲ ਹੈ ਵੀ ਉਹਦਾ ਧਿਆਨ ਉੱਥੋਂ ਸੱਜੇ ਖੱਬੇ ਹੋਵੇ। ਕਹਿੰਦੇ ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਿੰਤਨ ਵਿੱਚ, ਉਹਦੇ ਨਾਮ ਵਿੱਚ, ਉਹਦੇ ਭਜਨ ਵਿੱਚ ਸਾਡਾ ਮਨ ਲੱਗਾ ਹੋਇਆ ਹੈ। ਰਹਾਉ ਆਨੀ ਲੈ ਕੁੰਭ ਭਰਾਈ ਲੈ ਊਦਕ ਰਾਜ ਕੁਆਰ ਪੁਰੰਦਰੀਏ। ਰਾਜ ਕੁਆਰ ਕਹਿੰਦੇ ਐ ਜਵਾਨ ਇਸਤਰੀਆਂ, ਰਾਜਕੁਮਾਰੀਆਂ। ਰਾਜਕੁਮਾਰੀਆਂ ਦਾ ਮਤਲਬ ਜਵਾਨ ਇਸਤਰੀ, ਕੁਆਰੀ ਇਸਤਰੀ। ਉਹ ਜਦੋਂ ਇਸਤਰੀਆਂ ਜਾਂਦੀਆਂ ਆਪਣੇ ਪੇਕੇ ਘਰਾਂ 'ਚ ਹੁੰਦੀਆਂ, ਪਾਣੀ ਢੋਣ ਦੂਰ ਤੱਕ ਜਾਣਾ ਪੈਂਦਾ। ਹੁਣ ਤਾਂ ਚਲੋ ਘਰ ਘਰ 'ਚ ਸਾਧਨ ਹੋ ਗਏ ਪਾਣੀ ਦੇ ਆਵਾਜਾਈ ਦੇ, ਦੂਰੋਂ ਖੂਹਾਂ ਤੋਂ, ਹਲਟਾਂ ਤੋਂ ਜਾ ਕੇ, ਤਲਾਬਾਂ 'ਚੋਂ, ਨਹਿਰਾਂ 'ਚੋਂ ਪਾਣੀ। ਹੁਣ ਵੀ ਭਾਰਤ ਵਿੱਚ ਕਈ ਖਿੱਤਿਆਂ 'ਚ ਐਸਾ ਹੈ, ਘੜੇ ਭਰ ਕੇ ਮਾਈਆਂ ਬੀਬੀਆਂ ਦੂਰੋਂ ਦੂਰੋਂ ਜਾ ਕੇ ਪਾਣੀ ਭਰ ਕੇ ਲਿਆਉਂਦੀਆਂ। ਅਸੀਂ ਤਾਂ ਅਣਗਹਿਲੀ ਕਰੀ ਜਾਂਦੇ ਆ ਨਾ, ਪਾਣੀ ਦੀ ਵਿਅਰਥ ਫਜ਼ੂਲ ਵਰਤੋਂ ਕਰਕੇ ਕਦਰ ਨਹੀਂ ਕਰਦੇ। ਕਹਿੰਦੇ ਹੈ ਸਾਡੇ ਪਾਸ। ਚਿੰਤਤ ਨੇ ਲੋਕ ਵੀ ਕਿੰਨਾ ਕੁ ਚਿਰ ਹੈ, ਇਸ ਗੱਲ ਦਾ ਫਿਕਰ ਵੀ ਹੈ। ਤੋ ਬੰਦੇ ਨੂੰ ਸੁਚੇਤ ਵੀ ਹੋਣਾ ਚਾਹੀਦਾ। ਕੁਦਰਤੀ ਦਾਤਾਂ ਜਿਹੜੀਆਂ ਪਰਮੇਸ਼ਰ ਦੀਆਂ ਨੇ, ਉਹਨਾਂ ਦੀ ਸੰਭਾਲ ਕਰਨੀ ਚਾਹੀਏ। ਵੱਧ ਤੋਂ ਵੱਧ ਯਤਨ ਕਰਨਾ ਚਾਹੀਏ ਵੀ ਕੁਦਰਤੀ ਸੋਮੇ ਜਿਹੜੇ ਨੇ, ਉਹ ਕਿਸੇ ਵੀ ਤਰ੍ਹਾਂ ਦਾ ਕੁਦਰਤੀ ਸੋਮਾ, ਭਾਵੇਂ ਪਾਣੀ ਆ, ਭਾਵੇਂ ਹਵਾ ਹੈ, ਦਰਖਤ ਨੇ, ਬਾਗ ਬਗੀਚੇ ਨੇ, ਸਭ ਦਾ ਧਿਆਨ ਕਰਨਾ ਚਾਹੀਏ। ਇਹ ਅਕਾਲ ਪੁਰਖ ਦੀਆਂ ਨਿਆਮਤਾਂ ਨੇ ਸਾਨੂੰ ਦਿੱਤੀਆਂ ਹੋਈਆਂ। ਜਿਵੇਂ ਆਪਣੇ ਸਰੀਰਾਂ ਦੀ ਸਾਂਭ ਕਰਦੇ ਆ, ਇਦਾਂ ਇਹ ਵੀ ਸੰਭਾਲਣੇ ਚਾਹੀਏ। ਤੋ ਰਾਜਕੁਆਰੀਆਂ, ਔਰਤਾਂ, ਬੀਬੀਆਂ, ਉਹ ਘੜੇ ਲਿਆਉਂਦੀਆਂ ਤੇ ਭਰਾਈ ਲੈ ਉਦਕ। ਉਦਕ ਕਹਿੰਦੇ ਆ ਪਾਣੀ ਨੂੰ, ਉਹ ਪਾਣੀ ਨਾਲ ਭਰ ਲੈਂਦੀਆਂ। ਹਾਂਜੀ। ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਪੁਰੰਦਰੀਏ ਦਾ ਮਤਲਬ ਫਿਰ ਉਹ ਪਾਣੀ ਭਰ ਕੇ ਨਗਰ 'ਚ ਵਾਪਸ ਆਉਂਦੀਆਂ, ਦੂਰੋਂ ਜਾਂਦੀਆਂ ਪਾਣੀ, ਤੇ ਕਈ ਵਾਰੀ ਤਾਂ 2-2 ਕੋਹ, 4-4 ਕੋਹ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਮਾਈਆਂ ਬੀਬੀਆਂ ਨੂੰ। ਪੰਜਾਬ ਦੇ ਵਿੱਚ ਵੀ ਬਹੁਤ ਖਿੱਤੇ ਐਸੇ ਸੀ, ਹਾਲੇ ਤੱਕ ਉਹ ਬਜ਼ੁਰਗ ਮਾਤਾਵਾਂ ਹੋਣਗੀਆਂ ਸਰੀਰ 'ਚ, ਉਹ ਦੱਸਦੀਆਂ ਕਿ ਕਿੰਨੀ ਕਿੰਨੀ ਦੂਰੋਂ ਪਾਣੀ ਦੇ ਘੜੇ ਭਰ ਭਰ ਲਿਆਉਣੇ ਉਹਨਾਂ। ਗਰਦਨਾਂ ਆਕੜ ਜਾਂਦੀਆਂ ਸੀ ਪਾਣੀ ਢੋ ਕੇ ਲਿਆ ਕੇ। ਕਹਿੰਦੇ ਫਿਰ ਉਹ ਪੁਰੰਦਰੀਏ ਨਗਰ ਵਿੱਚ ਆਉਂਦੀਆਂ। ਉਹ ਆਪਸ ਵਿੱਚ ਹੁਣ ਮਾਈਆਂ ਨੇ, ਬੀਬੀਆਂ ਨੇ, ਉਹਨਾਂ ਗੱਲਾਂ ਕਰੇ ਬਿਨਾਂ ਥੋੜ੍ਹੀ ਰਹਿਣਾ। ਟੁਰੀਆਂ ਆਉਂਦੀਆਂ 8-10 ਮਾਈਆਂ ਇਕੱਠੀਆਂ, ਗੱਲਾਂ ਵੀ ਕਰਦੀਆਂ। ਮਾਈ ਇਕੱਲੀ ਹੋਵੇ, ਸੱਜੇ ਖੱਬੇ ਵੇਖਦੀ ਆ ਵੀ ਕੋਈ ਤਾਂ ਟੱਕਰੇ ਜਿਹਦੇ ਨਾਲ ਆਪਣੇ ਦਿਲ ਦੇ ਦੁੱਖੜੇ ਫੋਲਾਂ। ਦੂਸਰੀ ਕੋਈ ਮਾਈ ਭੈਣ ਮਿਲੇ, ਕੋਈ ਚੁਗਲੀ ਸੁਣਾਵਾਂ, ਕੋਈ ਇੱਧਰ ਦੀ ਸੁਣਾ ਤੇ ਸੁਣਾਵਾਂ। ਇਹ ਬਿਰਤੀ ਹੁੰਦੀ ਬੋਲੇ ਬਿਨਾਂ ਮਾਈਆਂ। ਹਾਲਾਂਕਿ ਕੋਈ ਮਰਦ ਚੁੱਪ ਰਹਿ ਸਕਦਾ, ਪਰ ਇਸਤਰੀਆਂ ਦਾ ਸੁਭਾਅ ਬਹੁਤਾ ਇਹੀ ਹੁੰਦਾ, ਗੱਲਾਂ ਬਾਤਾਂ ਕਰਨੀਆਂ। ਉਹ ਹੁਣ ਪਾਣੀ ਭਰ ਕੇ ਆਉਂਦੀਆਂ, ਹਸਤ ਵਿਨੋਦ ਕਰਦੀਆਂ। ਹਸਤ ਵਿਨੋਦ ਦਾ ਮਤਲਬ ਹਾਸੀ ਵਾਲੀਆਂ ਗੱਲਾਂ, ਮਜ਼ਾਕ ਵਾਲੀਆਂ ਗੱਲਾਂ ਬਾਤਾਂ। ਵਿਚਾਰ ਕਰਤੀ ਹੈ, ਕਈ ਤਰ੍ਹਾਂ ਦੀਆਂ ਵਿਚਾਰਾਂ ਵੀ ਕਰਦੀਆਂ ਆਉਂਦੀਆਂ, ਘਰ-ਬਾਰ ਦੇ ਕੰਮਾਂ ਬਾਰੇ। ਪਰ ਚੀਤ ਸੋ ਗਾਗਰ ਰਾਖੀ ਅਲੇ। ਉਹਨਾਂ ਦਾ ਜਿਹੜਾ ਚਿੱਤ ਹੁੰਦਾ, ਉਹ ਸਿਰ ਤੇ ਧਰੀ ਜਿਹੜੀ ਗਾਗਰ ਹੁੰਦੀ ਪਾਣੀ ਨਾਲ ਭਰੀ, ਉਹਦੇ ਵੱਲ ਹੁੰਦਾ। ਕਈ ਵਾਰੀ ਹੱਥ ਵੀ ਥੱਲੇ ਕਰ ਲੈਂਦੀਆਂ, ਇੰਨਾ ਬੈਲੈਂਸ ਹੁੰਦਾ ਵੀ ਉਹ ਸਿਰ ਤੇ ਧਰਿਆ ਪਾਣੀ ਦਾ ਘੜਾ ਹਿੱਲਣ ਨਹੀਂ ਸੀ ਦਿੰਦੀਆਂ। ਪੈਦਲ ਤੁਰੀਆਂ ਆਉਂਦੀਆਂ ਤੇ ਹੱਥ ਵੀ ਹਿਲਾਈ ਜਾਂਦੀਆਂ, ਪਰ ਧਿਆਨ ਉੱਤੇ ਹੁੰਦਾ। ਮਜਾਲ ਹੈ ਵੀ ਉਹ ਪਾਣੀ ਸਿਰ ਤੋਂ ਛਲਕ ਵੀ ਜਾਏ,
ਕਿਉਂਕਿ ਪਤਾ ਵੀ ਜੇ ਪਾਣੀ ਰੁੜ ਗਿਆ ਦੁਬਾਰਾ ਫਿਰ ਮਿਹਨਤ ਕਰਨੀ ਪੈਣੀ ਹੈ। ਪੂਰਾ ਧਿਆਨ ਇਕਾਗਰ ਕਰਕੇ ਉਹ ਸਿਰ ਤੇ ਧਰੇ ਪਾਣੀ ਦੇ ਘੜੇ ਵੱਲ ਹੀ ਉਹਨਾਂ ਦਾ ਚਿੱਤ ਹੁੰਦਾ। ਕਹਿੰਦੇ ਤਰਲੋਚਨ ਜੀ, ਇਸੇ ਤਰ੍ਹਾਂ ਭਾਵੇਂ ਤੁਹਾਡੇ ਨਾਲ ਬੈਠੇ ਬਚਨ ਕਰੀ ਜਾਂਦੇ ਆ, ਹਸਤ ਵਿਨੋਦ ਵੀ ਕਰੀ ਜਾਂਦੇ ਆ, ਪਰ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਵੱਲ ਹੀ ਲੱਗਾ ਰਹਿੰਦਾ। ਜਿਵੇਂ ਮਾਈਆਂ ਬੀਬੀਆਂ ਦਾ ਚਿੱਤ ਗਾਗਰ ਵੱਲ ਲੱਗਾ ਰਹਿੰਦਾ, ਇਦਾਂ ਸਾਡਾ ਵੀ ਚਿੱਤ ਸਾਡੇ ਯਾਰ ਵੱਲ ਲੱਗਾ ਰਹਿੰਦਾ, ਪਰਮੇਸ਼ਰ ਵੱਲ ਲੱਗਾ ਰਹਿੰਦਾ ਹੈ। ਮੰਦਰ ਏਕ ਦੁਆਰ 10 ਜਾ ਕੇ, ਗਊ ਚਰਾਵਨ ਛਾਡੀਅਲੇ। ਕਹਿੰਦੇ 10 ਦਰਵਾਜ਼ੇ ਸੀ ਜਿਸ ਘਰ ਦੇ, ਉਹਦੇ ਚੋਂ ਗਊਆਂ ਚਰਾਂਦ ਵਾਲੇ ਪਾਸੇ ਚਰਾਣ ਵਾਸਤੇ ਲੈ ਗਏ। ਤੇ ਚਰਾਂਦਾ ਪਿੰਡਾਂ ਤੋਂ ਦੂਰ ਹੁੰਦੀਆਂ, 5-5 4-4 ਕੋਹ ਵਾਟ ਤੱਕ ਗਾਵਾਂ ਜਿਹੜੀਆਂ ਸੀ ਉਹ ਚਰਨ ਲਈ ਜਾਂਦੀਆਂ ਸਨ। 5 ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀਅਲੇ। ਉਹਨਾਂ ਗਾਵਾਂ ਨੇ ਜਿਹੜੇ ਵਛੜੇ ਦਿੱਤੇ ਹੁੰਦੇ, ਉਹ ਛੋਟੇ ਹੁੰਦੇ, ਉਹ ਨਾਲ ਇਹਨਾਂ ਤੁਰ ਕੇ ਜਾ ਨਹੀਂ ਸੀ ਸਕਦੇ। ਤੇ ਕੀ ਕਰਦੇ ਗਵਾਲੇ, ਉਹਨਾਂ ਬਛੜਿਆਂ ਨੂੰ ਘਰ ਛੱਡ ਜਾਂਦੇ। ਗਾਵਾਂ ਜਾਂਦੀਆਂ ਚਰਨ ਵਾਸਤੇ। ਚਰਦੀਆਂ ਗਾਵਾਂ ਦਾ ਜਿਹੜਾ ਚਿੱਤ ਹੈ, ਭਾਵੇਂ 5 ਕੋਹ ਤੇ ਦੂਰ ਚਰਦੀਆਂ ਹੋਣ, ਉਹਨਾਂ ਦੇ ਚਿੱਤ ਵਿੱਚ ਬਛੜਿਆਂ ਦਾ ਧਿਆਨ ਰਹਿੰਦਾ। ਕਿਉਂਕਿ ਗਾਂ ਆਪਣੇ ਵਛਲੇ ਨਾਲ, ਗਊ ਨੂੰ ਵਤਸ਼ਲ ਸ਼ਬਦ ਜਿਹੜਾ ਵਰਤਿਆ ਜਾਂਦਾ ਨਾ, ਭਗਤ ਵਛਲ, ਵਛਲ ਸ਼ਬਦ ਜਿਹੜਾ ਬਣਿਆ ਇਹ ਵਾਤਸ਼ਲਿਆ ਤੋਂ ਬਣਿਆ। ਵਛਲ ਵਾਤਸ਼ਲਿਆ ਦਾ ਮਤਲਬ ਹੁੰਦਾ ਵੀ ਜਿਵੇਂ ਗਊ ਆਪਣੇ ਵੱਛੇ ਨੂੰ ਪ੍ਰੇਮ ਕਰਦੀ ਹੈ, ਇਦਾਂ ਪਰਮੇਸ਼ਰ ਆਪਣੇ ਭਗਤਾਂ ਨਾਲ ਪ੍ਰੇਮ ਕਰਦਾ। ਇਸ ਕਰਕੇ ਪਰਮੇਸ਼ਰ ਨੂੰ ਕਿਹਾ ਜਾਂਦਾ ਭਗਤ ਵਛਲ। ਉਹ ਗਊ ਆਪਣੇ ਵਛੜੇ ਨਾਲ ਹਿੱਤ ਕਰਦੀ, ਉਹਦਾ ਧਿਆਨ ਉੱਥੇ ਰਹਿੰਦਾ, ਭਾਵੇਂ 5 ਕੋਹ ਤੱਕ ਦੂਰ ਚਰਦੀ ਹੋਵੇਗਾ, ਪਰ ਉਹਦਾ ਚਿੱਤ ਪਿੱਛੇ ਘਰ 'ਚ ਛੱਡੇ ਵਛੜੇ ਨਾਲ। ਇਨ ਬਿਨ ਕਹਿੰਦੇ ਸਾਡਾ ਇਹ ਸਰੀਰ, ਇਹਦੀਆਂ 10 ਇੰਦਰੀਆਂ ਨੇ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ। ਇਹ ਮਾਨੋ ਦਰਵਾਜ਼ੇ ਨੇ ਸਾਡੇ ਮਨ ਦੇ। ਸਾਡਾ ਜਿਹੜਾ ਮਨ ਰੂਪੀ ਗਊ ਹੈ, ਉਹ ਇਹਨਾਂ ਰਾਹੀਂ ਬਾਹਰ ਜਾਂਦਾ ਚਰਨ, ਕਿਉਂਕਿ ਵਿਵਹਾਰ ਕਰਨੇ ਆ, ਕੰਮ ਧੰਦੇ ਵੀ ਕਰਨੇ, ਅੱਖਾਂ ਨਾਲ ਵੇਖਣਾ, ਕੰਨਾਂ ਨਾਲ ਸੁਣਨਾ, ਉਹ ਵੀ ਕਰਿਆ ਵਾ। ਭਾਵੇਂ ਬਾਹਰ ਫਿਰ ਰਿਹਾ, ਪਰ ਪਿੱਛੇ ਧਿਆਨ ਆਤਮਾ ਨਾਲ ਜੁੜਿਆ ਹੋਇਆ। ਆਖੋ ਸਤਿਨਾਮ। ਜਿਵੇਂ ਭਾਵੇਂ 5 ਕੋਹ ਦੇ ਦੂਰ ਗਾਂ ਚਰਦੀ ਹੋਵੇ, ਪਿੱਛੇ ਧਿਆਨ ਵਛੜੇ 'ਚ ਹੁੰਦਾ ਨਾ। ਕਹਿੰਦੇ ਸਾਡਾ ਮਨ ਭਾਵੇਂ ਵਿਵਹਾਰ ਦੇ ਵਿੱਚ ਅਸੀਂ ਬਾਹਰ ਕੰਮ ਕਰ ਵੀ ਰਹੇ ਹਾਂ, ਵਿਵਹਾਰ ਕਰਨ ਲਈ ਤਾਂ ਬ੍ਰਹਮ ਗਿਆਨੀਆਂ ਨੂੰ ਵੀ ਸੰਸਾਰ 'ਚ ਸੁਰਤ ਲਿਆਉਣੀ ਪੈਂਦੀ ਹੈ ਨਾ, ਤਾਂ ਹੀ ਕਰਨਗੇ ਉਹ। ਪਰ ਸਾਡਾ ਚਿੱਤ ਜਿਹੜਾ ਉਹ ਅੰਦਰ ਆਪਣੀ ਆਤਮਾ ਦੇ ਚਿੰਤਨ ਵਿੱਚ, ਪਰਮੇਸ਼ਰ ਦੇ ਭਜਨ ਵਿੱਚ ਲੱਗਾ ਹੋਇਆ। ਕਹਿਤ ਨਾ ਮੰਦਿਓ ਸੁਨਹੁ ਤਿਲੋਚਨ, ਬਾਲਕ ਪਾਲਨ ਪੌਡੀਅਲੇ। ਚਲੋ ਭਗਤ ਨਾਮਦੇਵ ਜੀ ਕਹਿੰਦੇ ਤਿਲੋਚਨ ਜੀ, ਇੱਕ ਹੋਰ ਉਦਾਹਰਣ ਤੁਹਾਨੂੰ ਦੱਸਦੇ ਆ, ਬੜੀ ਸੌਖੀ ਨਾਲੇ ਬੜੀ ਵਧੀਆ। ਮਾਂ ਘਰ ਦੇ ਵਿੱਚ ਕੰਮਕਾਰ ਕਰਦੀ ਹੋਵੇ, ਉਹ ਆਪਣੇ ਬੱਚੇ ਨੂੰ ਪਲਨੇ 'ਚ ਪਾ ਦਿੰਦੀ ਹੈ। ਪੰਗੂੜਾ ਉਹ ਬਣਾਇਆ ਹੁੰਦਾ ਕੱਪੜੇ ਨਾਲ ਬੰਨ੍ਹ ਕੇ। ਅੱਜ ਕੱਲ੍ਹ ਤਾਂ ਚਲੋ ਨਵੇਂ ਕਈ ਤਰੀਕਿਆਂ ਦੇ ਆ ਗਏ, ਮਸ਼ੀਨ ਦੇ ਨਾਲ ਹੀ ਉਹ ਘੁੰਮੀ ਜਾਂਦੇ, ਮੋਟਰਾਂ ਨਾਲ ਹੀ ਆਪਣੇ ਆਪ। ਪੁਰਾਣੇ ਵੇਲਿਆਂ 'ਚ ਘਰਾਂ 'ਚ ਕਿਸੇ ਦਰਖਤ ਨਾਲ ਜਾਂ ਥੱਲੇ ਮੰਜੇ ਨੂੰ ਥੋੜ੍ਹਾ ਜਿਹਾ ਇੱਟਾਂ ਰੱਖ ਕੇ ਚੱਕ ਕੇ ਨਾ, ਮੰਜੇ ਨਾਲ ਹੀ ਆਪਣੀ ਛਾਲ ਵਗੈਰਾ ਜਿਹੜੀ ਸੀ ਉਹ ਦੋਵਾਂ ਪਾਸਿਓਂ ਬੰਨ੍ਹ ਛੱਡਣੀ, ਤੇ ਬੱਚੇ ਨੂੰ ਵਿੱਚ ਪਾ ਕੇ ਉਹਨੂੰ ਹਲੂਣਾ ਦੇਈ ਜਾਣਾ। ਉਹਨੇ ਸੁੱਤਾ ਰਹਿਣਾ, ਜਦੋਂ ਕਿਤੇ ਮਾੜਾ ਜੀ ਰੋਣ ਦੀ ਆਵਾਜ਼ ਆਉਣੀ, ਆਉਣਾ, ਹਲੂਣਾ ਦੇ ਕੇ ਚਲੇ ਜਾਣਾ। ਕਹਿੰਦੇ ਹੁਣ ਉਹ ਭਾਵੇਂ ਘਰ ਦੇ ਕੰਮ ਧੰਦਿਆਂ 'ਚ ਵੀ ਲੱਗੀ ਹੈ, ਪਰ ਬਾਲਕ ਪਲਨੇ 'ਚ ਪਾਇਆ ਹੋਇਆ। ਉਹਦੀ ਜਿੰਦ ਹੈ, ਉਹਦੀ ਜਾਨ ਹੈ ਮਾਂ ਦੀ, ਉਹਦੇ ਤਨ ਦਾ ਹਿੱਸਾ ਹੈ, ਉਹਦੇ ਜਿਗਰ ਦਾ ਟੋਟਾ ਹੈ। ਧਿਆਨ ਹੈ, ਭਾਵੇਂ ਕੰਮ ਸੱਜੇ ਖੱਬੇ ਕਰਦੀ ਵੀ ਹੋਵੇ। ਹਾਂਜੀ। ਅੰਤਰ ਬਾਹਰ ਕਾਜ ਵਿਰੁੱਧੀ, ਚੀਤ ਸੋ ਬਾਰਕ ਰਾਖੀਅਲੇ। ਘਰ ਦੇ ਅੰਦਰ ਬਾਹਰ ਕੰਮਾਂ ਵਿੱਚ ਵਿਰੁੱਧੀ ਕਹੀਏ ਲੱਗੀ ਹੁੰਦੀ ਹੈ।
ਪਰ ਉਹਦਾ ਚਿੱਤ ਉਹਦੇ ਬਾਲਕ ਵੱਲ ਹੁੰਦਾ, ਧਿਆਨ। ਘਰ ਦੇ ਕਿਸੇ ਹੋਰ ਮੈਂਬਰ ਨੂੰ ਉਸ ਬੱਚੇ ਦੇ ਮਾੜੇ ਜੇ ਰੋਣ ਦੀ ਆਵਾਜ਼ ਆਵੇ ਚਾਹੇ ਨਾ ਆਵੇ, ਮਾਂ ਦੇ ਕੰਨ ਇੰਨੇ ਪਤਲੇ ਹੁੰਦੇ ਕਿਉਂਕਿ ਧਿਆਨ ਹੁੰਦਾ ਨਾ ਉੱਧਰ। ਉਹ ਕਹਿੰਦੀ ਲੱਗਦਾ ਮੇਰਾ ਪੁੱਤ ਰੋਇਆ ਹੈ। ਉਹ ਕੋਲ ਕੋਈ ਬੈਠਾ ਹੋਵੇ ਘਰ ਦਾ, ਸਾਨੂੰ ਤਾਂ ਨਹੀਂ ਸੁਣਿਆ। ਕਹਿੰਦੀ ਮੈਨੂੰ ਸੁਣਿਆ, ਭੱਜ ਕੇ ਜਾਂਦੀ, ਕਿਉਂਕਿ ਉਹਦਾ ਚਿੱਤ ਉੱਥੇ ਆ, ਉਹਦਾ ਧਿਆਨ ਉੱਥੇ ਲੱਗਾ ਹੋਇਆ। ਇਸੇ ਤਰ੍ਹਾਂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਤ੍ਰਿਲੋਚਨ ਜੀ, ਨਾਮਦੇਵ ਜੀ ਕਹਿੰਦੇ, ਉਹ ਭਾਵੇਂ ਕਿਸੇ ਕੰਮ 'ਚ ਵੀ ਸੰਸਾਰ ਵਿੱਚ ਤੁਹਾਨੂੰ ਨਜ਼ਰ ਆਉਣਗੇ, ਵੀ ਕੋਈ ਹਲ ਵਾਹ ਰਿਹਾ, ਕੋਈ ਖੇਤੀ ਕਰ ਰਿਹਾ, ਵੀ ਦੁਕਾਨਦਾਰੀ ਕਰ ਰਿਹਾ, ਨੌਕਰੀ ਕਰ ਰਿਹਾ, ਨਜ਼ਰ ਵੀ ਆਉਣਗੇ ਤੁਹਾਨੂੰ, ਪਰ ਉਹਨਾਂ ਦੇ ਚਿੱਤ ਵਿੱਚ ਪਰਮੇਸ਼ਰ ਦਾ ਚਿੰਤਨ ਰਹਿੰਦਾ, ਅਕਾਲ ਪੁਰਖ ਦਾ ਭਜਨ ਰਹਿੰਦਾ। ਉਹ ਆਪਣੇ ਚਿੱਤ ਨੂੰ ਪਰਮੇਸ਼ਰ ਨਾਲ ਜੋੜ ਕੇ ਰੱਖਦੇ, ਕਿਉਂਕਿ ਗੁਰਮਤ ਦਾ ਮਾਰਗ ਸਹਿਜ ਦਾ ਮਾਰਗ ਹੈ। ਇਹਦੇ 'ਚ ਹੱਸਦਿਆਂ ਖੇਡਦਿਆਂ ਪਨੰਦਿਆਂ ਵਿੱਚੇ ਮੁਕਤੀ ਹੋ ਜਾਂਦੀ ਹੈ ਜੇ ਭਜਨ ਕਰੀਏ। ਤੋ ਸਤਿਗੁਰੂ ਜੀ ਕਿਰਪਾ ਕਰਨ, ਐਸਾ ਧਿਆਨ ਸਾਡੇ ਸਾਰਿਆਂ ਨੂੰ ਸਤਿਗੁਰੂ ਜੀ ਬਖਸ਼ ਦੇਣ ਕਿ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਾਡਾ ਇਹ ਮਨ ਸਤਿਗੁਰਾਂ ਦੇ ਚਿੰਤਨ 'ਚ ਜੁੜ ਜਾਏ। ਸਾਡਾ ਇਹ ਸੰਸਾਰ ਵਿੱਚ ਆਇਆ ਸਤਿਗੁਰੂ ਜੀ ਸਫਲ ਕਰ ਦੇਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।